ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਕਹਾਣੀਆਂ, ਘਟਨਾਵਾਂ ਤੇ ਵੇਰਵੇ। ਮੇਰਾ ਇੱਕ ਵਿਦਿਆਰਥੀ ਸੀ ਜਿਹਨੂੰ ਕੇਵਲ ਨੁਕਸ ਹੀ ਦਿਸਦੇ ਸਨ। ਉਹ ਮਾਂ ਦੇ ਪਕਾਏ ਭੋਜਨ 'ਚ ਇੰਨੇ ਨੁਕਸ ਕੱਢਦਾ ਸੀ ਕਿ ਥਾਲੀ ਵਗਾ ਮਾਰਦਾ ਸੀ। ਕਹਿੰਦਾ ਸੀ ਮਿਰਚ ਘੱਟ ਹੈ, ਲੂਣ ਵੱਧ ਹੈ, ਸਬਜ਼ੀ ਬਣਾਉਣੀ ਨਹੀਂ ਆਉਂਦੀ, ਕਿਸੇ ਤੋਂ ਕੁਝ ਸਿੱਖਿਆ ਨਹੀਂ। ਵਿਧਵਾ ਮਾਂ ਇਕਲੌਤੇ ਪੁੱਤਰ ਦੀਆਂ ਵਧੀਕੀਆਂ ਬਰਦਾਸ਼ਤ ਕਰਦੀ ਰਹਿੰਦੀ ਸੀ। ਮਾਂ ਦਾ ਆਪਣੇ ਪੁੱਤਰ ਤੋਂ ਡਰਨਾ ਬੜਾ ਦੁਖਦਾਈ ਹੁੰਦਾ ਹੈ। ਜਿਨ੍ਹਾਂ ਦਾ ਸੰਸਾਰ 'ਚ ਕੋਈ ਰੋਹਬ ਨਹੀਂ ਝੱਲਦਾ, ਉਹੀ ਮਾਂ 'ਤੇ ਰੋਹਬ ਪਾਉਂਦੇ ਹਨ। ਮਾਂ ਰੋਜ਼ 3 ਚੀਜ਼ਾਂ ਵੱਖ-ਵੱਖ ਭਾਂਡਿਆਂ 'ਚ ਬਣਾਉਂਦੀ ਸੀ ਤਾਂ ਕਿ ਉਹਦੇ ਪੁੱਤਰ ਨੂੰ ਜਿਹੜੀ ਪਸੰਦ ਆਵੇ ਉਹ ਖਾ ਲਏ। ਉਹ ਆਪ ਦੱਸ ਰਿਹਾ ਸੀ, ਮੇਰੀ ਮਾਂ ਡਰੀ ਡਰੀ ਕੋਲ ਬੈਠਦੀ ਸੀ ਜਿਵੇਂ ਮੈਂ ਕੋਈ ਸਾਹਬ ਹੋਵਾਂ ਅਤੇ ਉਹ ਮੇਰੀ ਨੌਕਰਾਣੀ ਹੋਵੇ। ਉਹਨੇ ਦੱਸਿਆ, ਇੱਕ ਦਿਨ ਮੈਂ ਸਟੇਸ਼ਨ 'ਤੇ ਗੱਡੀ ਉਡੀਕ ਰਿਹਾ ਸੀ। ਮੇਰੇ ਸਾਹਮਣੇ ਇੱਕ ਮੰਗਤਾ ਆਇਆ। ਉਹਨੇ ਮੈਲੇ ਜਿਹੇ ਥੈਲੇ 'ਚੋਂ ਰੋਟੀ ਕੱਢੀ ਅਤੇ ਨਲਕੇ ਤੋਂ ਇੱਕ ਕਟੋਰੀ 'ਚ ਪਾਣੀ ਲੈ ਕੇ ਇੱਕ ਖੰਭੇ ਨਾਲ ਢੋ ਲਾ ਕੇ ਪਾਣੀ 'ਚ ਰੋਟੀ ਭਿਉਂ ਕੇ ਖਾਂਦਾ ਰਿਹਾ ਅਤੇ ਮੈਂ ਉਹਨੂੰ ਨਿਰੰਤਰ ਵੇਖਦਾ ਰਿਹਾ। ਉਸ ਵੇਲੇ ਮੇਰਾ ਸਾਰਾ ਧਿਆਨ ਉਸ ਉੱਤੇ ਕੇਂਦਰਿਤ ਹੋਇਆ ਸੀ। ਮੈਨੂੰ ਖਿਆਲ ਆਇਆ, ਇਹ ਵੀ ਮਨੁੱਖ ਹੈ, ਇਹਨੂੰ ਵੀ ਮੇਰੇ ਵਾਂਗ ਹੀ ਜਿਉਣ ਦਾ ਹੱਕ ਹੈ। ਮੈਂ ਭਰੀਆਂ ਹੋਈਆਂ ਪਲੇਟਾਂ ਉਲਟਾ ਦਿੰਦਾ ਹਾਂ ਅਤੇ ਇਹਨੂੰ ਕਦੇ ਪਲੇਟ ਨਸੀਬ ਹੀ ਨਹੀਂ ਹੋਈ। ਇਸ ਦ੍ਰਿਸ਼ ਨੇ ਮੈਨੂੰ ਸੁੰਨ ਕਰ ਦਿੱਤਾ। ਘਰ ਪਹੁੰਚਿਆ ਤਾਂ ਮੈਨੂੰ ਜੋ ਮਿਲਿਆ ਧੰਨਵਾਦ ਨਾਲ ਖਾਧਾ। ਆਪਣੀ ਪਲੇਟ ਵਿੱਚੋਂ ਮੈਨੂੰ ਉਸ ਮੰਗਤੇ ਦਾ ਚਿਹਰਾ ਦਿਸਦਾ ਰਿਹਾ। ਮੇਰਾ ਭੋਜਨ ਪ੍ਰਤੀ ਹੀ ਨਹੀਂ, ਜ਼ਿੰਦਗੀ ਬਾਰੇ ਦ੍ਰਿਸ਼ਟੀਕੋਣ ਬਦਲ ਗਿਆ। ਮਾਂ ਪ੍ਰਤੀ ਪਿਆਰ, ਸਤਿਕਾਰ ਜਾਗਿਆ। ਮਾਂ ਨਾਲ ਦੁਰਵਿਹਾਰ ਕਰਨ ਕਰਕੇ ਆਪਣੇ ਆਪ 'ਤੇ ਗਿਲਾਨੀ ਆਈ। ਮਾਂ ਤੋਂ ਮਾਫ਼ੀ ਮੰਗੀ। ਉਸ ਮੰਗਤੇ ਨੇ ਮੈਨੂੰ ਇਨਸਾਨ ਬਣਾ ਦਿੱਤਾ ਸੀ। ਅਗਲੀ ਕਹਾਣੀ। ਲੜਕੇ ਲੜਕੀ ਦੀ ਮੰਗਣੀ ਨੂੰ ਕਈ ਮਹੀਨੇ ਹੋ ਗਏ ਸਨ। ਉਹ ਦੋਵੇਂ ਅਕਸਰ ਮਿਲਦੇ ਸਨ, ਗੱਲਬਾਤ ਕਰਦੇ ਸਨ, ਪਰ ਉਹਨਾਂ ਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਦੋਵੇਂ ਵਿਆਹ ਕਰਵਾ ਕੇ ਪਰੇਸ਼ਾਨ ਹੀ ਹੋਣਗੇ, ਕਿਉਂਕਿ ਉਹਨਾਂ ਦੇ ਸੁਭਾਵਾਂ 'ਚ ਵਿੱਥ ਅਤੇ ਵਖਰੇਵਾਂ ਇੰਨਾ ਅਧਿਕ ਸੀ ਕਿ ਉਹਦੇ ਭਰੇ ਜਾਣ ਦੀ ਕੋਈ ਆਸ ਨਹੀਂ ਸੀ। ਉਹ ਮਿਲਣੀਆਂ ਦੌਰਾਨ ਵੀ ਅਕਸਰ ਲੜ ਪੈਂਦੇ। ਲੜਕੇ ਨੇ ਫੈਸਲਾ ਕੀਤਾ ਕਿ ਅਗਲੇ ਦਿਨ ਛੁੱਟੀ ਵਾਲੇ ਦਿਨ ਉਹ ਲੜਕੀ ਦੇ ਘਰ ਜਾ ਕੇ ਸਾਰਿਆਂ ਨਾਲ ਰਲ ਕੇ ਗੱਲ ਕਰਕੇ ਖਿਮਾ ਮੰਗ ਕੇ ਰਿਸ਼ਤਾ ਤੋੜ ਆਏਗਾ। ਉਹ ਜੇ ਤਿਆਰ ਹੀ ਹੋ ਰਿਹਾ ਸੀ ਕਿ ਸਵੇਰੇ ਹੀ ਲੜਕੀ ਆਪ ਉਹਦੇ ਘਰ ਆ ਗਈ ਅਤੇ ਸਾਰਿਆਂ ਦੇ ਸਾਹਮਣੇ ਰਿਸ਼ਤਾ ਮੁਕਾ ਗਈ। ਲੜਕੇ ਦੀ ਜਿੱਤ ਹਾਰ 'ਚ ਬਦਲ ਗਈ ਸੀ। ਹੁਣ ਉਹ ਕਹਿਣ ਜੋਗਾ ਨਹੀਂ ਸੀ ਕਿ ਰਿਸ਼ਤਾ ਉਹਨੇ ਤੋੜਿਆ ਸੀ। ਹੁਣ ਉਹਨੂੰ ਮੰਨਣਾ ਪੈ ਰਿਹਾ ਸੀ ਕਿ ਲੜਕੀ ਨੇ ਉਹਨੂੰ ਰੱਦ ਕੀਤਾ ਸੀ। ਇਹ ਕਹਾਣੀ। ਚੰਗੇਜ਼ ਖਾਨ ਇੱਕ ਵਾਰੀ ਸ਼ਿਕਾਰ 'ਤੇ ਨਿਕਲਿਆ। ਇਕੱਲਾ ਹੀ ਦੂਰ ਨਿਕਲ ਗਿਆ। ਸ਼ਿਕਾਰੀਆਂ ਨਾਲ ਅਕਸਰ ਇਵੇਂ ਵਾਪਰਦਾ ਹੈ। ਪਿਆਸ ਤੇ ਥਕਾਵਟ ਸ਼ਿਕਾਰੀਆਂ ਦਾ ਸੰਤਾਪ ਹੁੰਦੇ ਹਨ। ਉਸਨੇ ਇੱਕ ਬਾਜ ਪਾਲਿਆ ਹੋਇਆ ਸੀ। ਬਾਜ ਬਹਾਦਰੀ ਦਾ ਪ੍ਰਤੀਕ ਹੁੰਦਾ ਹੈ। ਇਹ ਬਾਜ ਹਰ ਵੇਲੇ ਉਸ ਨਾਲ ਰਹਿੰਦਾ ਸੀ। ਥੱਕੇ ਹੋਏ ਚੰਗੇਜ਼ ਖਾਨ ਨੂੰ ਸਾਹਮਣੇ ਪਹਾੜ ਵਿੱਚ ਪਾਣੀ ਦੀ ਇੱਕ ਲੀਕ ਵਿਖਾਈ ਦਿੱਤੀ ਅਤੇ ਇੱਕ ਥਾਂ ਥੋੜ੍ਹਾ ਜਿਹਾ ਪਾਣੀ ਇਕੱਠਾ ਹੋਇਆ ਦਿਖਾਈ ਦਿੱਤਾ। ਉਹਨੇ ਸੋਨੇ ਦੀ ਕਟੋਰੀ ਕੱਢੀ, ਅੱਧੀ ਭਰੀ ਗਈ। ਜਦੋਂ ਪੀਣ ਲੱਗਾ ਤਾਂ ਬਾਜ ਝਪਟਿਆ ਅਤੇ ਕਟੋਰੀ ਡਿੱਗ ਪਈ। ਦੂਜੀ ਵਾਰ ਵੀ ਇਵੇਂ ਹੀ ਹੋਇਆ। ਜਦੋਂ ਤੀਜੀ ਵਾਰ ਇਵੇਂ ਹੋਇਆ ਤਾਂ ਚੰਗੇਜ਼ ਖਾਨ ਨੇ ਸੋਚਿਆ, ਜੇ ਕੋਈ ਵੇਖੇ ਤਾਂ ਸੋਚੇਗਾ ਕਿ ਇਸ ਜੇਤੂ ਤੋਂ ਇੱਕ ਪੰਛੀ ਕਾਬੂ ਨਹੀਂ ਆ ਰਿਹਾ। ਜਦੋਂ ਚੌਥੀ ਵਾਰ ਬਾਜ ਝਪਟਿਆ ਤਾਂ ਉਹਨੇ ਤਲਵਾਰ ਨਾਲ ਉਹਨੂੰ ਕੱਟ ਦਿੱਤਾ। ਕੁਝ ਕਦਮ ਉੱਪਰ ਗਿਆ, ਵੇਖਿਆ ਪਾਣੀ ਦੀ ਛੋਟੀ ਜਿਹੀ ਛੱਪੜੀ 'ਚ ਬੜਾ ਜ਼ਹਿਰੀਲਾ ਸੱਪ ਮਰਿਆ ਸੀ। ਉਹਨੂੰ ਸਮਝਣ 'ਚ ਦੇਰ ਨਾ ਲੱਗੀ ਕਿ ਬਾਜ ਝਪਟ ਕੇ ਕਟੋਰੀ ਦਾ ਪਾਣੀ ਕਿਉਂ ਡੁਲਵਾ ਰਿਹਾ ਸੀ। ਪਹਾੜੀ 'ਤੇ ਉਹਨੇ ਉਸ ਵਫਾਦਾਰ ਬਾਜ਼ ਦੀ ਯਾਦ ਵਿੱਚ ਇੱਕ ਸ਼ਿਲਾ ਲੇਖ ਲਗਵਾਇਆ, ਜਿਸ 'ਤੇ ਇੱਕ ਖੰਭ ਬਣਵਾ ਕੇ ਉਸ ਉੱਤੇ ਕਰਵਾਇਆ, ਜੇਕਰ ਦੋਸਤ ਕੁਝ ਅਜਿਹਾ ਕਰੇ ਜਿਹੜਾ ਤੁਹਾਨੂੰ ਪਸੰਦ ਨਾ ਆਏ ਤਾਂ ਵੀ ਦੋਸਤ ਉਹ ਕੁਝ ਤੁਹਾਡੇ ਲਾਭ ਲਈ ਹੀ ਕਰ ਰਿਹਾ ਹੁੰਦਾ ਹੈ। ਅਗਲੀ ਕਹਾਣੀ। ਇੱਕ ਤਾਨਾਸ਼ਾਹ ਨੇ ਦੇਸ਼ ਦੀਆਂ ਸਾਰੀਆਂ ਸ਼ਕਤੀਆਂ ਆਪਣੇ ਹੱਥ 'ਚ ਕਰ ਲਈਆਂ ਅਤੇ ਉਹ ਮਨਮਾਨੀ ਕਰਨ ਲੱਗ ਪਿਆ ਸੀ। ਕੁਝ ਧਾਰਮਿਕ ਆਗੂਆਂ ਨੇ ਉਹਨੂੰ ਮਿਲ ਕੇ ਕਿਹਾ ਕਿ ਤੁਹਾਡੀਆਂ ਨੀਤੀਆਂ ਕਾਰਨ ਦੇਸ਼ ਵਿੱਚ ਹਰ 10 ਵਿਅਕਤੀਆਂ ਵਿੱਚੋਂ 9 ਵਿਅਕਤੀ ਤੁਹਾਨੂੰ ਨਫ਼ਰਤ ਕਰਦੇ ਹਨ ਅਤੇ ਤੁਹਾਡੇ ਵਿਰੁੱਧ ਸੋਚਦੇ ਹਨ। ਤਾਨਾਸ਼ਾਹ ਨੇ ਕਿਹਾ, ਉਹਨਾਂ ਦੀ ਨਫ਼ਰਤ ਦੀ ਮੈਨੂੰ ਪਰਵਾਹ ਨਹੀਂ। ਜਦੋਂ ਮੈਂ ਮੇਰੇ ਵਿਰੁੱਧ ਸੋਚਣ ਵਾਲੇ 9 ਨੂੰ ਨਿਹੱਥੇ ਕਰਕੇ 10ਵੇਂ ਦੇ ਹੱਥ ਬੰਦੂਕ ਫੜਾ ਦਿਆਂਗਾ, ਉਹ 9 ਵੀ ਮੇਰੇ ਹੱਕ 'ਚ
ਸੋਚਣ ਲੱਗ ਪੈਣਗੇ। ਤੁਸੀਂ ਦੱਸੋ, ਤੁਸੀਂ ਮੇਰੇ ਹੱਕ 'ਚ ਸੋਚਦੇ ਹੋ ਕਿ ਵਿਰੁੱਧ? ਉਹਨਾਂ ਨੇ ਇੱਕ ਸੁਰ 'ਚ ਕਿਹਾ, ਸੀ ਤਾਂ ਤੁਹਾਡੇ ਹੱਕ 'ਚ ਹੀ ਸੋਚਦੇ ਹਾਂ, ਤਾਂ ਹੀ ਤਾਂ ਤੁਹਾਡੇ ਨਾਲ ਗੱਲਬਾਤ ਕਰਨ ਆਏ ਹਾਂ। ਅਗਲੀ ਕਹਾਣੀ। ਡਾਕਟਰ ਮਈਓ ਬੜਾ ਪ੍ਰਸਿੱਧ ਡਾਕਟਰ ਸੀ। ਉਹ ਇਲਾਜ ਹੀ ਨਹੀਂ ਸੀ ਕਰਦਾ, ਉਹ ਮਰੀਜ਼ਾਂ ਦੇ ਦਿਲ ਵੀ ਜਿੱਤਦਾ ਸੀ। ਇੱਕ ਜਵਾਨ ਲੜਕੇ ਦਾ ਆਪਰੇਸ਼ਨ ਕਰਨ ਦੀ ਲੋੜ ਸੀ, ਪਰ ਬੇਰੁਜ਼ਗਾਰ ਹੋਣ ਕਾਰਨ ਉਸ ਕੋਲ ਪੈਸੇ ਨਹੀਂ ਸਨ ਤੇ ਮਾਪੇ ਵੀ ਮਦਦ ਕਰਨ ਦੀ ਹਾਲਤ ਵਿੱਚ ਨਹੀਂ ਸਨ। ਡਾਕਟਰ ਨੇ ਉਹਨੂੰ ਕਿਹਾ, ਤੂੰ ਜਦੋਂ ਠੀਕ ਹੋ ਕੇ ਕੰਮ ਕਰੇਂਗਾ, ਪੈਸੇ ਕਮਾਏਂਗਾ ਤੇ ਕਮਾਏ ਪੈਸਿਆਂ ਵਿੱਚੋਂ ਤੂੰ ਹਰ ਮਹੀਨੇ 2 ਸਾਲ ਵਾਸਤੇ ਮੈਨੂੰ 1000 ਰੁਪਏ ਭੇਜਿਆ ਕਰੇ। ਲੜਕੇ ਨੇ ਇਵੇਂ ਹੀ ਕੀਤਾ। ਉਹ ਨੇਮ ਨਾਲ ਹਰ ਮਹੀਨੇ 1000 ਰੁਪਇਆ ਭੇਜਦਾ ਰਿਹਾ। ਜਦੋਂ ਅਖੀਰਲੇ 1000 ਰੁਪਏ ਆਏ ਤਾਂ ਡਾਕਟਰ ਨੇ ਇੱਕ ਖੱਤ ਲਿਖਿਆ ਕਿ ਤੂੰ ਆਪਣੇ ਵਾਅਦੇ ਦਾ ਪੱਕਾ ਨਿਕਲਿਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਇੱਕ ਕਾਮਯਾਬ ਹੋਣ ਵਾਲੇ ਜਵਾਨ ਦਾ ਆਪਰੇਸ਼ਨ ਕੀਤਾ ਸੀ। ਇਹਨਾਂ ਪੈਸਿਆਂ ਨੂੰ ਬੈਂਕ 'ਚ ਜਮ੍ਹਾਂ ਕਰਵਾਈ, ਇਹਨਾਂ ਨੂੰ ਵਧਣ ਦੇਈ ਤੇ ਲੋੜਵੰਦਾਂ ਦੀ ਇਹਨਾਂ ਪੈਸਿਆਂ ਨਾਲ ਮਦਦ ਕਰੀ। ਲੜਕੇ ਨੇ 24,000 ਰੁਪਏ ਭੇਜੇ ਸਨ, ਪਰ ਡਾਕਟਰ ਉਸ ਵੱਲ ਲਿਖੇ ਆਪਣੇ ਖੱਤ ਨਾਲ 25,000 ਰੁਪਏ ਦਾ ਚੈੱਕ ਲਾਇਆ ਹੋਇਆ ਸੀ। ਕਹਾਣੀ। ਤਾਨਾਸ਼ਾਹਾਂ ਦਾ ਡਰ ਹੁੰਦਾ ਹੈ, ਸਤਿਕਾਰ ਨਹੀਂ। ਮੁਸੋਲਿਨੀ ਇਟਲੀ ਦਾ ਜ਼ਾਲਮ ਤਾਨਾਸ਼ਾਹ ਸੀ। ਇੱਕ ਵਾਰੀ ਕਿਧਰੇ ਜਾ ਰਿਹਾ ਸੀ ਕਿ ਕਾਰ ਖਰਾਬ ਹੋ ਗਈ। ਮਕੈਨਿਕ ਨੇ ਦੱਸਿਆ 2 ਘੰਟੇ ਲੱਗਣਗੇ। ਮੁਸੋਲਿਨੀ ਨੇੜੇ ਦੇ ਇੱਕ ਸਿਨੇਮੇ 'ਚ ਚਲਾ ਗਿਆ। ਉਦੋਂ ਫਿਲਮ ਖਤਮ ਹੋਣ 'ਤੇ ਮੁਸੋਲਿਨੀ ਦੀ ਤਸਵੀਰ ਵਿਖਾਈ ਜਾਂਦੀ ਸੀ, ਜਿਹਨੂੰ ਵੇਖ ਕੇ ਸਾਰੇ ਦਰਸ਼ਕ ਖੜੇ ਹੋ ਜਾਂਦੇ ਸਨ। ਜਦੋਂ ਉਸ ਸਿਨੇਮੇ ਵਿੱਚ ਫਿਲਮ ਉਪਰੰਤ ਮੁਸੋਲਿਨੀ ਦੀ ਤਸਵੀਰ ਵਿਖਾਈ ਗਈ ਤਾਂ ਸਾਰੇ ਖੜੇ ਹੋ ਗਏ, ਪਰ ਮੁਸੋਲਿਨੀ ਸੁਭਾਵਕ ਹੀ ਬੈਠਾ ਰਿਹਾ। ਉਹਨੂੰ ਬੈਠੇ ਨੂੰ ਵੇਖ ਕੇ ਸਿਨੇਮੇ ਦੇ ਮੈਨੇਜਰ ਨੇ ਉਸ ਕੋਲ ਜਾ ਕੇ ਕਿਹਾ, ਖੜਾ ਤਾਂ ਕੋਈ ਵੀ ਨਹੀਂ ਹੋਣਾ ਚਾਹੁੰਦਾ, ਪਰ ਤੁਹਾਡਾ ਬਚਾਅ ਤੇ ਭਲਾਈ ਇਸੇ 'ਚ ਹੈ ਕਿ ਖੜੇ ਹੋ ਜਾਓ। ਅਗਲੀ ਕਹਾਣੀ। ਚੈਕੋਸਲੋਵਾਕੀਆ ਦੀ ਜੰਗੀ ਕੈਦੀਆਂ ਦੀ ਜੇਲ੍ਹ ਵਿੱਚ ਪਹਿਰੇਦਾਰ ਕੈਦੀਆਂ ਨਾਲ ਅਕਸਰ ਲੜਦੇ ਰਹਿੰਦੇ ਸਨ। ਪਹਿਰੇਦਾਰਾਂ ਨੂੰ ਪਤਾ ਸੀ ਕਿ ਜੰਗੀ ਕੈਦੀ ਬਹਾਦਰ ਸਨ। ਉਹਨਾਂ ਨੂੰ ਨੀਵਾਂ ਵਿਖਾਉਣ ਲਈ ਪਹਿਰੇਦਾਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਸਨ। ਕਈ ਵਾਰੀ ਅੱਧੀ ਰਾਤ ਵੇਲੇ ਉਹਨਾਂ ਦੀ ਤਲਾਸ਼ੀ ਲੈਣ ਲੱਗ ਪੈਂਦੇ, ਕਈ ਵਾਰੀ ਅਚਾਨਕ ਉਹਨਾਂ ਦੀ ਬੈਰਕ ਦੀ ਅਦਲਾ ਬਦਲੀ ਕਰ ਦਿੰਦੇ ਸਨ। ਸਮੱਸਿਆ ਕੈਦੀਆਂ ਦੀ ਨਹੀਂ ਸੀ, ਪਹਿਰੇਦਾਰਾਂ ਦੀ ਸੀ। ਇੱਕ ਵਾਰ ਕੈਦੀਆਂ ਨੇ ਪਹਿਰੇਦਾਰਾਂ ਨੂੰ ਉਹਨਾਂ ਨਾਲ ਦੌੜ ਲਾਉਣ ਲਈ ਵੰਗਾਰਿਆ। ਦੌੜ ਵਾਲੇ ਦਿਨ ਤੋਂ ਪਹਿਲੀ ਰਾਤ ਇੱਕ ਸਿਆਣੇ ਕੈਦੀ ਨੇ ਦੌੜ 'ਚ ਭਾਗ ਲੈਣ ਵਾਲੇ ਕੈਦੀਆਂ ਨੂੰ ਕਿਹਾ, ਅਸੀਂ ਪਹਿਰੇਦਾਰਾਂ ਨੂੰ ਜਿਤਾਉਣਾ ਹੈ। ਇਹ ਬੁੱਢੇ ਗਾਰਡ ਜਿੱਤ ਕੇ ਸਾਡੇ ਕੰਮ ਆਉਣਗੇ। ਅਸੀਂ ਦੌੜਨਾ ਪੂਰੀ ਤਾਕਤ ਨਾਲ ਹੈ, ਪਰ ਅਖੀਰ 'ਤੇ ਆਪ ਪਿੱਛੇ ਰਹਿ ਕੇ ਇਹਨਾਂ ਨੂੰ ਜਿਤਾ ਕੇ ਇੱਕ ਪ੍ਰਕਾਰ ਦਾ ਮਖੌਲ ਕਰਨਾ ਹੈ। ਹੁਣ ਇਹ ਸਾਡੇ ਲਾਰਡ ਹਨ, ਫਿਰ ਇਹ ਕੇਵਲ ਗਾਰਡ ਬਣ ਜਾਣਗੇ। ਦੌੜ ਲੱਗੀ। ਪਹਿਲਾਂ ਕੈਦੀ ਤੇਜ਼ ਦੌੜੇ, ਪਰ ਜਲਦੀ ਕੋਈ ਕੈਦੀ ਡਿੱਗ ਪਿਆ, ਕੋਈ ਹਫ ਕੇ ਬਹਿ ਗਿਆ, ਕੋਈ ਕਿਸੇ ਆਪਣੇ ਨਾਲ ਟਕਰਾ ਗਿਆ ਤੇ ਦੋਵੇਂ ਡਿੱਗ ਪਏ, ਤੇ ਕੋਈ ਗਲਤੀ ਨਾਲ ਕਿਸੇ ਹੋਰ ਪਾਸੇ ਨਿਕਲ ਗਿਆ। ਗਾਰਡ ਜਿੱਤ ਗਏ। ਉਹਨਾਂ ਦੀ ਹਉਮੈ ਸ਼ਾਂਤ ਹੋ ਗਈ। ਉਹ ਜੇਤੂ ਹੋਣ ਦਾ ਮਾਣ ਕਰਨ ਲੱਗ ਪਏ ਸਨ ਤੇ ਹਾਰੇ ਹੋਏ ਕੈਦੀਆਂ ਪ੍ਰਤੀ ਤਰਸ ਤੇ ਹਮਦਰਦੀ ਵਿਖਾ ਕੇ ਆਪਣੇ ਤਾਕਤਵਰ ਹੋਣ ਦਾ ਭਰਮ ਪਾਲਣ ਲੱਗ ਪਏ ਸਨ। ਇਸ ਭਰਮ ਕਾਰਨ ਕੈਦੀਆਂ ਦਾ ਜੀਵਨ ਸੁਖਾਲਾ ਹੋ ਗਿਆ ਸੀ। ਅਗਲੀ ਕਹਾਣੀ। ਇੱਕ ਵਾਰ ਇੱਕ ਕੰਪਨੀ 'ਚ ਇੱਕ ਉੱਚੇ ਅਹੁਦੇ ਲਈ ਇੰਟਰਵਿਊ ਹੋਣੀ ਸੀ। ਇੰਟਰਵਿਊ ਦੇਣ ਲਈ ਮੁਕਾਬਲੇ ਵਾਲੀ ਇੱਕ ਕੰਪਨੀ ਦਾ ਅਧਿਕਾਰੀ ਵੀ ਪੇਸ਼ ਹੋਇਆ। ਇੰਟਰਵਿਊ ਕਰ ਰਹੇ ਕੰਪਨੀ ਦੇ ਮਾਲਕ ਨੇ ਉਹਦੀ ਇੰਟਰਵਿਊ ਕਰਨ ਤੋਂ ਬਿਨਾਂ ਹੀ ਉਹਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਤੂੰ ਸਾਡੇ ਭੇਤ ਲੈਣ ਆਇਆ, ਅਸੀਂ ਤੈਨੂੰ ਨਹੀਂ ਰੱਖਣਾ, ਤੂੰ ਹੁਣੇ ਵਾਪਸ ਚਲਾ ਜਾ। ਸਾਰਿਆਂ ਦੀ ਇੰਟਰਵਿਊ ਮੁੱਕਣ ਉਪਰੰਤ ਮਾਲਕ ਜਦ ਬਾਹਰ ਆਇਆ ਤਾਂ ਉਹਨੇ ਵੇਖਿਆ ਕਿ ਦੂਜੀ ਕੰਪਨੀ ਦਾ ਉਹ ਵਿਅਕਤੀ ਅਜੇ ਵੀ ਉੱਥੇ ਬੈਠਾ ਸੀ। ਮਾਲਕ ਨੇ ਝਿੜਕ ਕੇ ਕਿਹਾ, ਤੂੰ ਅਜੇ ਗਿਆ ਨਹੀਂ? ਮੈਂ ਤੈਨੂੰ ਕਿਹਾ ਸੀ ਚਲਾ ਜਾ। ਉਸ ਵਿਅਕਤੀ ਨੇ ਜਵਾਬ ਦਿੱਤਾ, ਮੈਂ ਤਾਂ ਇਸ ਲਈ ਬੈਠਾ ਕਿਉਂਕਿ ਤੁਹਾਡੇ ਕਰਮਚਾਰੀ ਨੇ ਗਲਤੀ ਨਾਲ ਮੈਨੂੰ ਸਫ਼ਰੀ ਭੱਤੇ ਦੇ 100 ਰੁਪਏ ਵੱਧ ਦੇ ਦਿੱਤੇ ਹਨ। ਉਹ 100 ਰੁਪਏ ਵਾਪਸ ਕਰਨ ਲਈ ਮੈਂ ਇਹਨੂੰ ਉਡੀਕ ਰਿਹਾ। ਮਾਲਕ ਉਹਨੂੰ ਅੰਦਰ ਲੈ ਗਿਆ ਤੇ ਨਿਯੁਕਤ ਕਰ ਲਿਆ। ਅਗਲੀ ਕਹਾਣੀ। ਰੱਖੜੀ ਹੁੰਦੀ ਤਾਂ ਧਾਗਾ ਹੀ ਹੈ, ਪਰ ਇਸ ਧਾਗੇ ਦੀ ਅਸਲ ਤਾਕਤ ਮੁਸ਼ਕਿਲ, ਮੁਸੀਬਤ ਤੇ ਸੰਕਟ ਵਿੱਚ ਉਘੜਦੀ ਹੈ। ਮੇਵਾੜ ਦੀ ਮਹਾਰਾਣੀ ਕਰਮਾਵਤੀ ਨੂੰ ਮੁਸਲਿਮ ਨਵਾਬ ਬਹਾਦਰ ਸ਼ਾਹ ਤੰਗ ਕਰਦਾ ਸੀ। ਮਹਾਰਾਣੀ ਨੇ ਹਮਾਯੂੰ ਨੂੰ ਰੱਖੜੀ ਭੇਜੀ।
ਹਮਾਯੂ ਨੇ ਉਂਝ ਰਾਜਪੂਤ ਮਹਾਰਾਣੀ ਦੀ ਰਾਖੀ ਨਹੀਂ ਸੀ ਕਰਨੀ, ਪਰ ਇਹ ਰਾਖੀ ਰੱਖੜੀ ਨੇ ਕਰਵਾਈ। ਹਮਾਯੂ ਫੌਜ ਲੈ ਕੇ ਆਇਆ ਤੇ ਉਹਨੇ ਬਹਾਦਰ ਸ਼ਾਹ ਨੂੰ ਭਜਾ ਦਿੱਤਾ। ਪਟਿਆਲੇ ਦੇ ਮਹਿੰਦਰਾ ਕਾਲਜ ਵਿੱਚ ਪਹਿਲਾਂ ਲੜਕੀਆਂ ਨੂੰ ਦਾਖਲ ਨਹੀਂ ਸੀ ਕੀਤਾ ਜਾਂਦਾ। ਜਦੋਂ ਲੜਕੀਆਂ ਲਈ ਦਾਖਲਾ ਖੁੱਲ੍ਹਿਆ ਤਾਂ ਪਹਿਲੇ ਸਾਲ ਕੇਵਲ ਇੱਕ ਲੜਕੀ ਦਾਖਲ ਹੋਈ, ਜਿਸ ਨੂੰ ਲੜਕੇ ਪਰੇਸ਼ਾਨ ਕਰਦੇ ਸਨ। ਉਸ ਲੜਕੀ ਨੇ ਕਾਲਜ ਦੇ ਸਭ ਤੋਂ ਲੜਾਕੇ ਲੜਕੇ ਨੂੰ ਰੱਖੜੀ ਬੰਨ੍ਹੀ। ਇਸ ਉਪਰੰਤ ਉਹ ਕਾਲਜ ਵਿੱਚ ਮਲਕਾ ਵਿਕਟੋਰੀਆ ਵਾਂਗ ਰਹੀ ਤੇ ਅਗਲੇ ਹੀ ਸਾਲ ਕਾਲਜ ਵਿੱਚ ਲੜਕੀਆਂ ਦੀ ਗਿਣਤੀ 300 ਹੋ ਗਈ, ਕਿਉਂਕਿ ਉਸ ਲੜਕੇ ਨੇ ਰੱਖੜੀ ਦੀ ਲਾਜ ਰੱਖੀ ਸੀ। ਲੜਕੀਆਂ ਦੇ ਇੱਕ ਕਾਲਜ ਬਾਹਰ ਸ਼ਰਾਰਤੀ ਲੜਕੀਆਂ 'ਤੇ ਨਜ਼ਰ ਰੱਖਣ ਲਈ 2 ਸਿਪਾਹੀ ਲਾਏ ਗਏ। ਦੋਹਾਂ ਦੀਆਂ ਭੈਣਾਂ ਕਾਲਜ 'ਚ ਪੜ੍ਹਦੀਆਂ ਸੀ। ਉਹਨਾਂ ਸਿਪਾਹੀਆਂ ਨੇ ਬੜੀ ਸੁਹਿਰਦਤਾ ਨਾਲ ਕਰਤੱਵ ਪਾਲਿਆ ਤੇ ਰੱਖੜੀ ਵਾਲੇ ਦਿਨ ਉਹਨਾਂ ਦੋਹਾਂ ਦੀਆਂ ਦੋਵੇਂ ਕਲਾਈਆਂ ਰੱਖੜੀਆਂ ਨਾਲ ਭਰੀਆਂ ਪਈਆਂ ਸਨ। ਅਗਲੀ ਘਟਨਾ। ਅਮੀਰ ਦੇਸ਼ਾਂ 'ਚ ਰਾਜਨੀਤੀ ਦੇ ਖੇਤਰ ਵਿੱਚ ਅਮੀਰ ਲੋਕ ਜਾਂਦੇ ਹਨ ਤਾਂ ਕਿ ਉਹ ਦੇਸ਼ ਨੂੰ ਹੋਰ ਅਮੀਰ ਬਣਾ ਸਕਣ। ਗਰੀਬ ਦੇਸ਼ਾਂ ਵਿੱਚ ਲੋਕ ਰਾਜਨੀਤੀ ਵਿੱਚ ਅਮੀਰ ਹੋਣ ਲਈ ਜਾਂਦੇ ਹਨ। ਅਮਰੀਕਾ ਵਿੱਚ ਕੈਲੀਫੋਰਨੀਆ ਤੋਂ ਚੁਣੇ ਸੰਸਦ ਦੇ ਇੱਕ ਮੈਂਬਰ ਨੂੰ ਰਿਸ਼ਵਤ ਲੈਣ ਦੇ ਜੁਰਮ ਵਿੱਚ 8 ਸਾਲ ਦੀ ਕੈਦ ਹੋਈ ਤਾਂ ਅਦਾਲਤ ਨੇ ਸਾਰੇ ਪ੍ਰਾਪਤ ਤੋਹਫੇ, ਸਾਰੀ ਲਈ ਤਨਖਾਹ, ਰਿਸ਼ਵਤ ਦੀ ਸਾਰੀ ਰਕਮ ਤੇ ਜੁਰਮਾਨੇ ਦੀ ਰਾਸ਼ੀ ਜਮ੍ਹਾਂ ਕਰਾਉਣ ਲਈ ਕਹਿੰਦਿਆਂ ਪੁੱਛਿਆ, ਤੁਹਾਨੂੰ ਠੰਡ ਨਹੀਂ ਲੱਗ ਰਹੀ ਸੀ? ਤੁਸੀਂ ਭੁੱਖ ਦਾ ਸ਼ਿਕਾਰ ਨਹੀਂ ਹੋ ਰਹੇ ਸੀ? ਤੁਸੀਂ ਫਿਰ ਵੀ ਰਿਸ਼ਵਤ ਲੈਣ ਦਾ ਕੁਕਰਮ ਕਿਉਂ ਕੀਤਾ? ਤੁਹਾਡਾ ਜੁਰਮ ਰਿਸ਼ਵਤ ਲੈਣ ਦਾ ਹੈ, ਪਰ ਇਸ ਤੋਂ ਵੀ ਵੱਡਾ ਜੁਰਮ ਰਾਜਨੀਤੀ ਵਿੱਚ ਇਮਾਨਦਾਰੀ ਨੂੰ ਬਦਨਾਮ ਕਰਨ ਦਾ ਹੈ। ਅਗਲੀ ਕਹਾਣੀ। ਜਿਹੜਾ ਖ਼ੁਆਬ ਮਾਂ ਨੇ ਅੱਖਾਂ ਬੰਦ ਕਰਕੇ ਵੇਖਿਆ ਸੀ, ਉਹ ਧੀ ਅੱਖਾਂ ਖੋਲ੍ਹ ਕੇ ਵੇਖ ਰਹੀ ਸੀ। ਧੀ ਦੇ ਕੰਨਾਂ 'ਚ ਗਿੱਧੇ ਦੀ ਆਵਾਜ਼ ਆਉਣ ਲੱਗ ਪਈ ਸੀ। ਰੰਗ ਬਿਰੰਗੇ ਕੱਪੜੇ ਦਿਸਣ ਲੱਗ ਪਏ ਸਨ ਤੇ ਨਿੱਕੇ ਨਿੱਕੇ ਹਾਸਿਆਂ ਵਾਲੀਆਂ ਉੱਚੀਆਂ ਨੀਵੀਆਂ ਗੱਲਾਂ ਦੀਆਂ ਆਵਾਜ਼ਾਂ ਸਾਰੇ ਘਰ 'ਚੋਂ ਆਉਣ ਲੱਗ ਪਈਆਂ ਸਨ। ਚੁੱਪ ਚੁਪੀਤਾ ਘਰ ਰੌਣਕ ਬਣ ਗਿਆ ਸੀ। ਸ਼ਰਮਾਉਣਾ ਰਜ਼ੀਆ ਨੂੰ ਚੰਗਾ ਲੱਗਣ ਲੱਗ ਪਿਆ ਸੀ। ਵਾਜੇ ਦੀ ਆਵਾਜ਼ ਨਾਲ ਸਾਰੇ ਲੋਕ ਦਹਿਲੀਜ਼ਾਂ 'ਤੇ ਆ ਕੇ ਖਲੋ ਗਏ ਸਨ। ਰਜ਼ੀਆ ਅੰਦਰ ਹੀ ਬੈਠੀ ਸੀ, ਸੋਚਾਂ ਤੇ ਸੁਪਨਿਆਂ ਦੇ ਰੰਗ ਬਿਰੰਗੇ ਪਰਛਾਵਿਆਂ 'ਚ ਘਿਰੀ ਹੋਈ। ਪਹਿਲਾਂ ਸਾਰੇ ਅੰਦਰ ਹੁੰਦੇ ਸਨ ਤੇ ਉਹ ਦੌੜ ਕੇ ਬਾਹਰ ਇਕੱਲੀ ਆਉਂਦੀ ਸੀ। ਅੱਜ ਸਾਰੇ ਬਾਹਰ ਖਲੋਤੇ ਸਨ ਤੇ ਉਹ ਇਕੱਲੀ ਅੰਦਰ ਬੈਠੀ ਸੀ। ਮਾਂ ਨੇ ਰਜ਼ੀਆ ਦੀ ਪਸੰਦ ਨਕਾਰ ਦਿੱਤੀ ਸੀ ਤੇ ਗੁਜ਼ਰ ਗਏ ਅੱਬਾ ਤੇ ਖਾਨਦਾਨ ਦਾ ਵਾਸਤਾ ਪਾ ਕੇ ਆਪਣੀ ਮਰਜ਼ੀ ਨਾਲ ਲੜਕਾ ਪਸੰਦ ਕੀਤਾ ਸੀ, ਜਿਹਦੇ ਸਿਰ ਤੇ ਹੱਥ ਰੱਖ ਕੇ ਮਾਂ ਨੇ ਕਿਹਾ ਸੀ, ਮੈਂ ਰਜ਼ੀਆ ਦੇ ਹੱਥਾਂ ਤੇ ਮਹਿੰਦੀ ਦਾ ਇੰਤਜ਼ਾਮ ਕਰਦੀ ਹਾਂ, ਤੂੰ ਆਪਣੇ ਮੱਥੇ ਤੇ ਸਿਹਰੇ ਦਾ ਬੰਦੋਬਸਤ ਕਰ। ਰਜ਼ੀਆ ਨੂੰ ਕੋਈ ਹੋਰ ਪਸੰਦ ਸੀ, ਪਰ ਉਹ ਦੂਜੇ ਧਰਮ ਦਾ ਸੀ। ਰਜ਼ੀਆ ਆਪਣੀ ਪਸੰਦ ਨੂੰ ਉਡੀਕ ਰਹੀ ਸੀ, ਕਿਉਂਕਿ ਉਹਨੇ ਆਉਣ ਦਾ ਵਾਅਦਾ ਕੀਤਾ ਸੀ। ਜੇ ਉਹ ਆ ਜਾਂਦਾ ਤਾਂ ਰਜ਼ੀਆ ਨੇ ਉਸ ਨਾਲ ਚਲੇ ਜਾਣਾ ਸੀ। ਉਹ ਦਿਲ ਦੇ ਦਰਿਆ 'ਚ ਗੋਤੇ ਖਾ ਰਹੀ ਸੀ, ਸੋਚ ਰਹੀ ਸੀ ਆਪਣੇ ਦਿਲ ਦੀ ਗੱਲ ਮੰਨੇ ਕਿ ਮਾਂ ਦਾ ਕਿਹਾ ਮੰਨ ਲਏ। ਮਾਂ ਤੇ ਧੀ ਵਿੱਚ ਮਾਂ ਧੀ ਦਾ ਰਿਸ਼ਤਾ ਹੀ ਨਹੀਂ ਹੁੰਦਾ, ਔਰਤ ਹੋਣ ਦੀ ਸਾਂਝ ਵੀ ਹੁੰਦੀ ਹੈ। ਔਰਤ ਲਈ ਵਿਆਹ ਉਹਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੁਰਘਟਨਾ ਹੁੰਦੀ ਹੈ। ਰਜ਼ੀਆ ਨੂੰ ਆਪਣੀ ਪਸੰਦ ਦੇ ਲੜਕੇ ਦੇ ਆ ਜਾਣ 'ਤੇ ਭੁਲੇਖੇ ਪੈ ਰਹੇ ਸਨ। ਰਜ਼ੀਆ 2 ਦਰਿਆਵਾਂ ਵਿਚਕਾਰ ਖਲੋਤੀ ਸੀ, ਪਰ ਉਹਨੂੰ ਤੈਰਨਾ ਨਹੀਂ ਸੀ ਆਉਂਦਾ। ਮਾਂ ਨੇ ਪਿਆਰ ਨਾਲ ਆਪਣਾ ਹੱਥ ਉਹਦੇ ਸਿਰ 'ਤੇ ਰੱਖਿਆ ਤੇ ਉਹ ਨਿੱਕੇ ਨਿੱਕੇ ਕਦਮਾਂ ਨਾਲ ਟੁਰਨ ਲੱਗੀ। ਅੱਜ ਉਸ ਤੋਂ ਟੁਰਿਆ ਹੀ ਨਹੀਂ ਸੀ ਜਾ ਰਿਹਾ, ਜਦੋਂ ਕਿ ਪਹਿਲਾਂ ਉਹ ਦੌੜ ਕੇ ਬਾਹਰ ਜਾਇਆ ਕਰਦੀ ਸੀ। ਫਾਸਲਾ ਬਹੁਤ ਲੰਮਾ ਨਹੀਂ ਸੀ, ਪਰ ਫੈਸਲਾ ਬਹੁਤ ਵੱਡਾ ਸੀ। ਰਜ਼ੀਆ ਨੇ ਵੇਖਿਆ ਕੋਈ ਹੋਰ ਹੀ ਲੜਕਾ ਖਲੋਤਾ ਸੀ। ਸਾਰੇ ਚੁੱਪ ਸਨ। ਮਾਂ ਨੇ ਧੀ ਵੱਲ ਤੇ ਧੀ ਨੇ ਮਾਂ ਵੱਲ ਉਵੇਂ ਹੀ ਵੇਖਿਆ ਜਿਵੇਂ ਪਹਿਲਾਂ ਕਦੀ ਨਹੀਂ ਸੀ ਵੇਖਿਆ। ਰਜ਼ੀਆ ਨੇ ਗੂੜ੍ਹੀਆਂ ਅੱਖਾਂ ਨਾਲ ਲੜਕੇ ਵੱਲ ਵੇਖਿਆ, ਜਿਵੇਂ ਜ਼ਿੰਦਗੀ 'ਚ ਕੇਵਲ ਇੱਕ ਵਾਰ ਵੇਖਿਆ ਜਾਂਦਾ ਹੈ ਤੇ ਇੱਕ ਵਾਰ ਹੀ ਵੇਖਣ ਦੀ ਲੋੜ ਪੈਂਦੀ ਹੈ। ਇਹ ਲੜਕਾ ਉਹ ਬਿਲਕੁਲ ਨਹੀਂ ਸੀ ਜਿਸ ਨੂੰ ਉਹ ਦਰਵਾਜ਼ੇ ਪਿੱਛੋਂ ਵੇਖਿਆ ਕਰਦੀ ਸੀ। ਇੱਕ ਚੀਖ ਨਿਕਲੀ, ਸन्नाटा ਛਾ ਗਿਆ। ਰਜ਼ੀਆ ਤਾਂ ਉੱਥੇ ਹੈ ਹੀ ਨਹੀਂ ਸੀ। ਰਜ਼ੀਆ ਢੇਰੀ ਹੋਈ ਪਈ ਸੀ, ਕਿਉਂਕਿ ਜਿਸ ਦੀ ਉਡੀਕ ਸੀ ਉਹ ਨਹੀਂ ਸੀ ਆਇਆ। ਜਿੱਥੋਂ ਡੋਲੀ ਟੁਰਨੀ ਹੋਵੇ ਉੱਥੋਂ ਅਰਥੀ ਕੱਢਣੀ ਬੜੀ ਮੁਸ਼ਕਿਲ ਹੁੰਦੀ ਹੈ। ਅਗਲੀ ਕਹਾਣੀ।
ਇੱਕ ਵਾਰੀ ਇੱਕ ਗੁਫਾ 'ਚ ਰਹਿਣ ਵਾਲੇ ਭਿਕਸ਼ੂ ਦੀ ਆਪਣੇ ਸ਼ਾਗਿਰਦ ਨਾਲ ਨਾਰਾਜ਼ਗੀ ਹੋ ਗਈ ਤੇ ਭਿਕਸ਼ੂ ਨੇ ਚੇਲੇ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਸ਼ਾਗਿਰਦ ਚੁੱਪ ਕਰਕੇ ਚਲਾ ਗਿਆ, ਪਰ ਗੁਫਾ ਦੇ ਬਾਹਰ ਬੈਠਾ ਰਿਹਾ। ਕਈ ਦਿਨ ਮਗਰੋਂ ਜਦੋਂ ਭਿਕਸ਼ੂ ਗੁਫਾ ਤੋਂ ਬਾਹਰ ਆਇਆ ਤਾਂ ਉਹਨੇ ਸ਼ਾਗਿਰਦ ਨੂੰ ਉੱਥੇ ਬੈਠੇ ਵੇਖਿਆ। ਸ਼ਾਗਿਰਦ ਭਿਕਸ਼ੂ ਦੇ ਹੁਕਮ ਦੀ ਉਡੀਕ ਕਰ ਰਿਹਾ ਸੀ। ਉਹਨੇ ਭਿਕਸ਼ੂ ਨੂੰ ਕਿਹਾ, ਤੁਸੀਂ ਚਲੇ ਜਾਣ ਲਈ ਕਿਹਾ ਸੀ, ਮੈਂ ਪੁੱਛਣ ਲਈ ਬੈਠਾ ਕਿੱਥੇ ਜਾਵਾਂ। ਭਿਕਸ਼ੂ ਨੇ ਉਹਦੀ ਉਡੀਕ ਤੇ ਸ਼ਰਧਾ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ, ਕਿਧਰੇ ਨਹੀਂ ਜਾਣਾ, ਅੰਦਰ ਆ ਜਾ। ਤੇਰੇ ਸਬਰ ਤੇ ਉਡੀਕ ਨੇ ਮੇਰੀ ਸੰਕੀਰਨਤਾ ਤੇ ਮੇਰੇ ਗੁੱਸੇ ਨੂੰ ਜਿੱਤ ਲਿਆ ਹੈ। ਅੱਜ ਤੋਂ ਤੂੰ ਮੇਰਾ ਉਸਤਾਦ ਹੋਏਗਾ ਤੇ ਮੈਂ ਤੇਰਾ ਸ਼ਾਗਿਰਦ। ਅਗਲੀ ਕਹਾਣੀ। ਰਾਣੋ ਰੋਜ਼ ਅਰਦਾਸ ਕਰਿਆ ਕਰਦੀ ਸੀ, ਕਿਉਂਕਿ ਮਾਂ ਨੇ ਕਿਹਾ ਸੀ ਕਿ ਅਰਦਾਸ ਕਰਨ ਨਾਲ ਸਭ ਕੁਝ ਮਿਲ ਜਾਂਦਾ ਹੈ। ਜਦੋਂ ਨਿੱਕੀ ਜਿਹੀ ਸੀ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਲਈ ਅਰਦਾਸਾਂ ਕਰਦੀ ਸੀ। ਜਿਵੇਂ ਉਹਨੇ ਇਮਤਿਹਾਨ ਵੇਲੇ ਅਰਦਾਸ ਕੀਤੀ ਸੀ ਕਿ ਉਹਦੀਆਂ ਸਾਰੀਆਂ ਸਹੇਲੀਆਂ ਦੇ ਇਮਤਿਹਾਨ ਚੰਗੇ ਹੋ ਜਾਣ। ਜਦੋਂ ਵੱਡੀ ਹੋ ਗਈ ਤਾਂ ਉਹਦੀਆਂ ਅਰਦਾਸਾਂ ਵੀ ਬਦਲ ਗਈਆਂ। ਇੱਕ ਵਾਰੀ ਉਹਨੇ ਅਰਦਾਸ ਕੀਤੀ ਕਿ ਲਕਸ਼ਮੀ ਮੈਡਮ ਬਿਮਾਰ ਪੈ ਜਾਣ, ਕਿਉਂਕਿ ਮੈਡਮ ਨੇ ਉਹਨੂੰ ਹੋਰਾਂ ਨਾਲੋਂ ਘੱਟ ਨੰਬਰ ਦਿੱਤੇ ਸਨ। ਪਰ ਮੈਡਮ ਬਿਮਾਰ ਨਹੀਂ ਸੀ ਪਈ, ਸਗੋਂ ਹੋਰ ਵੀ ਤੰਦਰੁਸਤ ਲੱਗਣ ਲੱਗ ਪਈ ਸੀ। ਇੱਕ ਦਿਨ ਸਵੇਰ ਦੀ ਪ੍ਰਾਰਥਨਾ ਵਿੱਚ 2 ਲੜਕੀਆਂ ਬੇਹੋਸ਼ ਹੋ ਗਈਆਂ ਤੇ ਉਹਨਾਂ ਨੂੰ ਫਲਾਂ ਦਾ ਰਸ ਦਿੱਤਾ ਗਿਆ ਸੀ ਤੇ ਹਰ ਕਿਸੇ ਨੇ ਉਹਨਾਂ ਦਾ ਹਾਲ ਪੁੱਛਿਆ ਸੀ। ਰਾਣੋ ਨੇ ਅਰਦਾਸ ਕੀਤੀ ਸੀ ਕਿ ਉਹ ਵੀ ਬੇਹੋਸ਼ ਹੋ ਜਾਏ, ਪਰ ਉਹ ਬੇਹੋਸ਼ ਨਾ ਹੋਈ। ਇੱਕ ਵਾਰੀ ਉਹਦੀ ਸਹੇਲੀ ਆਸ਼ਾ ਦੀ ਪੌੜੀਆਂ ਉਤਰਦਿਆਂ ਪੈਰ ਦੀ ਹੱਡੀ ਟੁੱਟ ਗਈ ਸੀ ਤੇ ਉਹਦੀ ਬੜੀ ਪੁੱਛ ਪ੍ਰਤੀਤ ਹੋਈ ਸੀ ਤੇ ਉਹਦੇ ਪਲਸਤਰ ਉੱਤੇ ਜਮਾਤਨਾਂ ਨੇ ਹਮਦਰਦੀ ਦੇ ਸੁਨੇਹੇ ਲਿਖੇ ਸਨ। ਰਾਣੋ ਨੇ ਰੱਬ ਨੂੰ ਸ਼ਿਕਾਇਤ ਕੀਤੀ, ਤੁਸੀਂ ਮੇਰੀ ਕੋਈ ਗੱਲ ਮੰਨਦੇ ਹੀ ਨਹੀਂ, ਤੁਸੀਂ ਮੇਰੀ ਹੱਡੀ ਤੋੜ ਦਿਓ, ਹੱਥ ਦੀ ਤੋੜ ਦਿਓ। ਨਹੀਂ, ਹੱਥ ਨਾਲ ਤਾਂ ਮੈਂ ਸਿਤਾਰ ਵਜਾਉਣੀ ਹੁੰਦੀ ਹੈ, ਪੈਰ ਦੀ ਤੋੜਨੀ ਠੀਕ ਹੈ। ਉਹਨੇ ਹੱਡੀ ਤੋੜਵਾਉਣ ਲਈ 3 ਪੌੜੀਆਂ ਤੋਂ ਛੜੱਪੇ ਮਾਰੇ, ਛਾਲਾਂ ਮਾਰੀਆਂ, ਬੜਾ ਕੁਝ ਕੀਤਾ, ਪਰ ਹੱਡੀ ਨਾ ਟੁੱਟੀ। ਜਦੋਂ ਰਾਣੋ ਦੀ ਪੜ੍ਹਾਈ ਮੁੱਕ ਗਈ, ਬਚਪਨ ਪਿੱਛੇ ਰਹਿ ਗਿਆ, ਕਾਲਜ ਦੀ ਪੜ੍ਹਾਈ ਵੀ ਮੁੱਕ ਗਈ ਤੇ ਉਹ ਰਾਣੋ ਤੋਂ ਰਾਣੀ ਬਣ ਗਈ, ਤਾਂ ਉਹਨੇ ਕਈ ਮੁਸ਼ਕਿਲਾਂ, ਮੁਸੀਬਤਾਂ, ਖੁਸ਼ੀਆਂ, ਗਮੀਆਂ ਝੱਲਣ ਉਪਰੰਤ ਇਹ ਭੇਤ ਸਮਝਿਆ ਕਿ ਸਾਡੀਆਂ ਕਈ ਅਰਦਾਸਾਂ ਮੰਨੀਆਂ ਕਿਉਂ ਨਹੀਂ ਜਾਂਦੀਆਂ। ਅਸੀਂ ਅਰਦਾਸ ਰਾਹੀਂ ਰੱਬ ਨੂੰ ਆਪਣੀ ਸਮੱਸਿਆ ਹੱਲ ਕਰਨ ਲਈ ਨਹੀਂ ਕਹਿੰਦੇ, ਕਿਸੇ ਦਾ ਕੋਈ ਨੁਕਸਾਨ ਕਰਨ ਲਈ ਕਹਿੰਦੇ ਹਾਂ, ਜਦਕਿ ਰੱਬ ਉਹੀ ਅਰਦਾਸਾਂ ਮੰਨਦਾ ਹੈ ਜਿਨ੍ਹਾਂ 'ਚ ਅਸੀਂ ਸਮੱਸਿਆਵਾਂ ਹੱਲ ਕਰਨ ਵਾਲੀ ਹਿੰਮਤ ਦੇਣ ਲਈ ਕਹਿੰਦੇ ਹਾਂ ਤੇ ਸਰਬੱਤ ਦਾ ਭਲਾ ਮੰਗਦੇ ਹਾਂ। ਰੱਬ ਸਾਡੀਆਂ ਜਿਹੜੀਆਂ ਅਰਦਾਸਾਂ ਨਹੀਂ ਮੰਨਦਾ, ਉਹ ਨਾ ਮੰਨ ਕੇ ਰੱਬ ਦੱਸਦਾ ਹੈ ਕਿ ਉਹਨਾਂ ਦਾ ਉਸ ਵੱਲੋਂ ਮੰਨਣਾ ਸਾਡੇ ਹਿੱਤ ਵਿੱਚ ਨਹੀਂ ਹੋਏਗਾ। ਅਗਲੀ ਕਹਾਣੀ। 47 'ਚ ਦੇਸ਼ ਦੀ ਵੰਡ ਵੇਲੇ ਇੱਕ ਜੋੜੇ ਦੀ ਕੁਝ ਮਹੀਨਿਆਂ ਦੀ ਧੀ ਬਿਮਾਰ ਗਈ। ਲੱਗਦਾ ਸੀ ਬਚੇਗੀ ਨਹੀਂ। ਦਵਾਈ ਲਈ ਵੀ ਪੈਸੇ ਨਹੀਂ ਸਨ। ਪਤੀ ਪਤਨੀ ਸੋਚ ਰਹੇ ਸਨ ਕਿ ਇੱਕ ਪੁਰਾਣੀ ਫਰਾਕ ਪਈ ਹੈ, ਮਰਨ ਉਪਰੰਤ ਉਹੀ ਪਾ ਦਿਆਂਗੇ। ਤੀਜੇ ਕੁ ਦਿਨ ਅਚਾਨਕ ਉਹਦੀ ਹਾਲਤ ਨੂੰ ਮੋੜ ਪਿਆ ਤੇ ਉਹ ਦਿਨਾਂ 'ਚ ਹੀ ਠੀਕ ਹੋ ਗਈ। ਜੋੜੇ ਦੀ ਬੇਵੱਸੀ ਵਿੱਚੋਂ ਹੌਸਲੇ ਨੇ ਜਨਮ ਲਿਆ। ਪਤੀ ਨੇ ਕਿਹਾ, ਇਹਦਾ ਠੀਕ ਹੋਣਾ ਸ਼ੁਭ ਸ਼ਗਨ ਹੈ। ਜੇ ਇਹ ਮੌਤ ਦੇ ਮੂੰਹ 'ਚ ਜਾਂਦਿਆਂ ਬਿਨਾਂ ਦਵਾਈ ਦੇ ਠੀਕ ਹੋ ਸਕਦੀ ਹੈ ਤੇ ਫਿਰ ਹੁਣ ਸਾਡੇ ਦਿਨ ਫਿਰਨ ਵਾਲੇ ਹਨ। ਹੁਣ ਮੈਨੂੰ ਵੀ ਕੋਈ ਰੁਜ਼ਗਾਰ ਲੱਭ ਪਏਗਾ। ਹੌਸਲਾ ਬੜਾ ਵੱਡਾ ਗੁਣ ਹੈ। ਨਾ ਕੇਵਲ ਇਹ ਆਪਣੇ ਆਪ 'ਚ ਇੱਕ ਗੁਣ ਹੈ, ਇਹ ਹਰੇਕ ਗੁਣ ਦਾ ਭਾਗ ਵੀ ਹੈ। ਕਈ ਵਾਰ ਸਾਨੂੰ ਕੇਵਲ ਹੌਸਲਾ ਹੀ ਚਾਹੀਦਾ ਹੁੰਦਾ ਹੈ। ਅਗਲੇ ਦਿਨ ਧੀ ਠੀਕ ਹੋ ਜਾਣ ਕਰਕੇ ਉਹ ਬੜੇ ਉਤਸ਼ਾਹ, ਸਿਦਕ ਤੇ ਭਰੋਸੇ ਨਾਲ ਨੌਕਰੀ ਵਾਸਤੇ ਇੰਟਰਵਿਊ ਲਈ ਚੱਲਿਆ। ਨੌਕਰੀ ਮਿਲ ਗਈ, ਮਨਪਸੰਦ ਦੀ। ਧੰਨਵਾਦ।